ਵੈਲਕਮ ਮਾਈ ਡੀਅਰ ਸਟੂਡੈਂਟਸ। ਅੱਜ ਆਪਾਂ 7th ਕਲਾਸ ਦਾ ਡੇ 61 ਦੇ ਕੁਐਸਚਨ ਕਰਨ ਜਾ ਰਹੇ ਹਾਂ। ਜਿਨ੍ਹਾਂ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਟਾ ਜੀ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਵੀਡੀਓਜ਼ ਦੇ ਨਾਲ ਦੀ ਨਾਲ ਮਿਲਦੀਆਂ ਰਹਿਣ। ਠੀਕ ਹੈ ਬੇਟਾ ਜੀ। ਦੇਖੋ ਡੇ 61 ਦਾ ਹੈ ਆਪਣੇ ਕੋਲ। ਹੇਠ ਲਿਖਿਆ ਦਸ਼ਮਲਵ ਸੰਖਿਆਵਾਂ ਨੂੰ ਸਥਾਨਕ ਮੁੱਲ ਸਾਰਣੀ ਵਿੱਚ ਲਿਖੋ। ਰਾਈਟ ਦਾ ਫੋਲੋਇੰਗ ਡੈਸੀਮਲਸ ਇਨ ਪਲੇਸ ਵੈਲਿਊ ਟੇਬਲ। ਠੀਕ ਹੈ ਬੇਟਾ ਜੀ। ਹੁਣ ਦੇਖੋ ਬੇਟਾ ਜੀ ਪਲੇਸ ਵੈਲਿਊ ਟੇਬਲ ਦੇਖੋ ਧਿਆਨ ਨਾਲ। ਤੁਹਾਨੂੰ ਪਹਿਲੇ ਇੱਕ ਐਗਜ਼ਾਮਪਲ ਨਾਲ ਦੱਸਦੀ ਹਾਂ। ਮੰਨ ਲਓ ਕੋਈ ਆਪਣੇ ਕੋਲ ਐਗਜ਼ਾਮਪਲ ਹੈ। ਠੀਕ ਹੈ ਜੀ, ਜਿਵੇਂ 1 3 5 ਲਿਖ ਲਿਆ। ਚਲੋ ਮੈਨੇ ਇੱਥੇ 2 1 3। ਠੀਕ ਹੈ ਜੀ। ਹੁਣ ਦੇਖੋ ਬੇਟਾ ਜੀ ਜਿਹੜੇ ਪੁਆਇੰਟ ਤੋਂ ਲੈਫਟ ਸਾਈਡ 'ਤੇ ਨੇ ਜਿਵੇਂ 2 ਹੋ ਗਿਆ। ਠੀਕ ਹੈ, ਇਹਨੂੰ ਇਹ ਕੀ ਹੈ ਬੇਟਾ ਜੀ ਆਪਣੇ ਕੋਲ ਇਕਾਈ। ਠੀਕ ਹੈ, ਵਨਸ। ਠੀਕ ਹੈ, 2 ਇਕਾਈ ਹੋ ਗਏ, 2 ਵਨਸ ਹੋ ਗਏ। ਜਿਹੜਾ ਆਪਣੇ ਕੋਲ ਸੈਕਿੰਡ ਇਹ ਕੀ ਬਣ ਗਿਆ ਬੇਟੇ 1 ਕੀ ਆਪਣੇ ਕੋਲ ਦਹਾਈ ਅਤੇ ਉਸ ਤੋਂ ਨੈਕਸਟ ਕੀ ਦਹਾਈ ਟੈਂਸ। ਇਹ ਕੀ ਆਪਣੇ ਕੋਲ ਇਕਾਈ ਜਿਵੇਂ 2 ਇਕਾਈ ਵਨਸ। ਠੀਕ ਹੈ, 1 ਕੀ ਆਪਣੇ ਕੋਲ ਦਹਾਈ ਪਲੇਸ 'ਤੇ। ਠੀਕ ਹੈ, ਟੈਂਸ ਪਲੇਸ 'ਤੇ। ਉਸ ਤੋਂ ਅੱਗੇ ਕੀ ਆਪਣੇ ਕੋਲ ਸੈਂਕੜੇ ਪਲੇਸ 'ਤੇ 100 ਪਲੇਸ 'ਤੇ। ਠੀਕ ਹੈ, ਇਹ ਪੁਆਇੰਟ ਤੋਂ ਲੈਫਟ ਵਾਲੀ ਸਾਈਡ 'ਤੇ ਇਕਾਈ ਦਹਾਈ ਸੈਂਕੜਾ ਵਨਸ ਟੈਂਸ 100। ਠੀਕ ਹੈ, ਹੁਣ ਪੁਆਇੰਟ ਤੋਂ ਰਾਈਟ ਵਾਲੀ ਪਲੇਸ 'ਤੇ ਇਹਨੂੰ ਕਿੱਦਾਂ ਪੜ੍ਹਨਾ ਬੇਟਾ ਜੀ ਆਪਾਂ ਨੇ। ਜਿਹੜਾ ਪੁਆਇੰਟ ਤੋਂ ਅੱਗੇ ਆ ਫਸਟ ਇਹ ਹੈਗਾ ਆਪਣੇ ਕੋਲ 10th 10ਵਾਂ। ਠੀਕ ਹੈ, ਜਿਵੇਂ 1/10 ਹੋ ਗਿਆ। 3 ਕਿਹੜੀ ਪਲੇਸ 'ਤੇ ਆਪਣੇ ਕੋਲ 100ਵਾਂ 100 ਪਲੇਸ 'ਤੇ। ਠੀਕ ਹੈ, 100th ਉੱਧਰ 100 ਸੀਗਾ, ਇੱਧਰ ਕੀ ਆਪਣੇ ਕੋਲ 100ths। ਠੀਕ ਹੈ, ਅੱਗੇ ਹੈਗਾ ਜਿਵੇਂ 5 ਆ ਬੇਟਾ ਜੀ ਇਹ ਕਿਹੜੇ ਪਲੇਸ 'ਤੇ ਆ ਗਿਆ ਆਪਣੇ ਕੋਲ 1000ਵੇਂ ਪਲੇਸ 'ਤੇ 1000ਵਾਂ। ਠੀਕ ਹੈ, ਥਾਊਜ਼ੈਂਡਸ। ਠੀਕ ਹੈ, ਇਹ ਬਣ ਗਏ ਬੇਟਾ ਜੀ ਆਪਣੇ ਕੋਲ 10ਵਾਂ 100ਵਾਂ 1000ਵਾਂ ਟੈਂਸ 100th ਥਾਊਜ਼ੈਂਡਸ। ਠੀਕ ਹੈ, ਲੈਫਟ ਸਾਈਡ 'ਤੇ ਆ ਗਿਆ ਆਪਣੇ ਕੋਲ ਵਨਸ ਟੈਂਸ 100 1000 ਇਕਾਈ ਦਹਾਈ ਸੈਂਕੜਾ 1000। ਸਮਝ ਗਏ ਬੇਟਾ ਜੀ, ਇੱਦਾਂ ਇਹਨੂੰ ਪੜ੍ਹਨਾ ਆ। ਠੀਕ ਹੈ, ਚਲੋ ਹੁਣ ਆਪਾਂ ਵਰਕਸ਼ੀਟ ਕਰਦੇ ਹਾਂ ਆਪਾਂ ਆਪਣੀ। ਹੁਣ ਦੇਖੋ ਫਸਟ ਇਹਨੇ ਕਰੀ ਹੋਈ ਹੈ ਬੇਟਾ ਜੀ ਜਿਵੇਂ 125.67। ਠੀਕ ਹੈ, ਹੁਣ ਦੇਖੋ ਪੁਆਇੰਟ ਤੋਂ ਰਾਈਟ ਸਾਈਡ 'ਤੇ ਕੀ ਆਊਗਾ ਆਪਣੇ ਕੋਲ 10ਵਾਂ। ਦੇਖੋ 6 ਰਾਈਟ ਸਾਈਡ 'ਤੇ ਗਿਆ 10ਵਾਂ ਕੀ ਆ ਗਿਆ ਆਪਣੇ ਕੋਲ 6 100ਵਾਂ ਕੀ ਆ ਗਿਆ ਆਪਣੇ ਕੋਲ 7। ਠੀਕ ਹੈ, ਹੁਣ ਲੈਫਟ ਸਾਈਡ 'ਤੇ ਇਕਾਈ ਕੀ ਆਪਣੇ ਕੋਲ 5 ਦਹਾਈ ਕੀ ਆ ਗਈ ਆਪਣੇ ਕੋਲ 2 ਸੈਂਕੜੇ ਕੀ ਆ ਗਿਆ ਆਪਣੇ ਕੋਲ 1। ਠੀਕ ਹੈ ਬੇਟਾ ਜੀ। ਹੁਣ ਇੱਦਾਂ ਹੀ ਦੇਖੋ ਜਿਹੜਾ ਆਪਣੇ ਕੋਲ ਨੈਕਸਟ ਹੈ ਆਪਣੇ ਕੋਲ ਇਹਨੂੰ ਪੜ੍ਹੋ ਤੁਸੀਂ ਜਿਵੇਂ 10.007। ਪਹਿਲਾਂ ਪੁਆਇੰਟ ਤੋਂ ਲੈਫਟ ਸਾਈਡ 'ਤੇ ਦੇਖੋ ਬੇਟਾ ਲੈਫਟ ਸਾਈਡ 'ਤੇ ਆਪਣੇ ਕੋਲ ਇਕਾਈ ਇਕਾਈ ਕਿੰਨੀ ਆਪਣੇ ਕੋਲ 0 ਇੱਥੇ ਆਪਾਂ 0 ਫਿਲ ਕਰਾਂਗੇ। ਠੀਕ ਹੈ, ਵਨਸ ਅੱਗੇ ਆਪਣੇ ਕੋਲ ਦਹਾਈ ਟੈਂਸ ਉੱਥੇ ਕੀ ਆ ਜਾਊ ਬੇਟਾ ਜੀ ਆਪਣੇ ਕੋਲ 1। ਉਸ ਤੋਂ ਬਾਅਦ ਦੇਖੋ ਬੇਟਾ ਜੀ ਹੁਣ ਪੁਆਇੰਟ ਤੋਂ ਰਾਈਟ ਵਾਲੀ ਸਾਈਡ 'ਤੇ ਦੇਖੋ ਰਾਈਟ ਵਾਲੀ ਸਾਈਡ 'ਤੇ ਆਪਣੇ ਕੋਲ 007। ਠੀਕ ਹੈ, 0 ਕੀ ਆ ਗਿਆ ਆਪਣੇ ਕੋਲ ਟੈਂਸ ਪਲੇਸ 'ਤੇ। ਫਿਰ ਨੈਕਸਟ 0 ਕੀ ਆ ਗਿਆ ਆਪਣੇ ਕੋਲ 100ਵਾਂ 100 ਪਲੇਸ 'ਤੇ। ਫਿਰ ਕੀ ਆ ਗਿਆ ਆਪਣੇ ਕੋਲ 7। ਠੀਕ ਹੈ, ਉਹ ਕਿਹੜੇ ਪਲੇਸ 'ਤੇ ਆ ਗਿਆ ਆਪਣੇ ਕੋਲ 1000 ਪਲੇਸ 'ਤੇ। ਇੱਥੇ ਕੀ ਫਿਲ ਕਰਾਂਗੇ ਬੇਟਾ ਜੀ ਆਪਾਂ 7। ਠੀਕ ਹੈ ਜੀ, ਨੈਕਸਟ ਦੇਖੋ ਬੇਟਾ ਜੀ 3.148। 3 ਕੀ ਆ ਗਿਆ ਆਪਣੇ ਕੋਲ ਪੁਆਇੰਟ 'ਤੇ ਰਾਈਟ ਸਾਈਡ 'ਤੇ ਵਨਸ ਪਲੇਸ 'ਤੇ। ਠੀਕ ਹੈ, ਇਕਾਈ 'ਤੇ ਕਿੰਨਾ ਆ ਗਿਆ ਆਪਣੇ ਕੋਲ 3। ਇੱਥੇ ਕੀ ਲਿਖਾਂਗੇ ਬੇਟਾ ਜੀ ਆਪਾਂ 3। ਅੱਗੇ ਪੁਆਇੰਟ ਤੋਂ ਰਾਈਟ ਸਾਈਡ 'ਤੇ ਪਹਿਲਾਂ ਆ ਗਿਆ ਆਪਣੇ ਕੋਲ 10ਵਾਂ। ਠੀਕ ਹੈ, 10ਵਾਂ ਕੀ ਆ ਗਿਆ ਆਪਣੇ ਕੋਲ 1 10th। ਫਿਰ ਹੈਗਾ 100ਵਾਂ 100th ਕਿੰਨਾ ਆ ਗਿਆ ਆਪਣੇ ਕੋਲ 4। ਫਿਰ ਆ ਗਿਆ 1000ਵਾਂ ਥਾਊਜ਼ੈਂਡਸ ਕਿੰਨਾ ਆ ਗਿਆ ਆਪਣੇ ਕੋਲ 8। ਠੀਕ ਹੈ ਬੇਟਾ ਜੀ, ਇੱਦਾਂ ਤੁਸੀਂ ਇਹ ਸਾਰਣੀ ਕੰਪਲੀਟ ਕਰ ਲੈਣੀ ਆ। ਨੈਕਸਟ ਦੇਖੋ ਬੇਟਾ ਜੀ ਨੈਕਸਟ ਕੁਐਸਚਨ ਹੈ ਆਪਣੇ ਕੋਲ। ਹੇਠ ਲਿਖਿਆ ਦਸ਼ਮਲਵ ਸੰਖਿਆ ਨੂੰ ਸ਼ਬਦਾਂ ਵਿੱਚ ਲਿਖੋ। ਰਾਈਟ ਦਾ ਫੋਲੋਇੰਗ ਡੈਸੀਮਲਸ ਇਨ ਪਲੇਸ ਵੈਲਿਊ ਟੇਬਲ। ਠੀਕ ਹੈ, ਜਿਵੇਂ ਦੇਖੋ ਫਸਟ ਐਗਜ਼ਾਮਪਲ ਆਪਾਂ ਨੂੰ ਦਿੱਤੀ ਹੋਈ ਹੈ ਇਹਦੇ ਅਕੋਰਡਿੰਗ ਆਪਾਂ ਲਿਖਣਾ ਆ। ਜਿਵੇਂ 64.58 ਆ ਇਹਨੂੰ ਪੰਜਾਬੀ 'ਚ ਕਿਵੇਂ ਲਿਖਾਂਗੇ 64.58। ਠੀਕ ਹੈ, ਪੁਆਇੰਟ ਤੋਂ ਬਾਅਦ ਵਾਲੇ ਅੱਖਰ ਆਪਾਂ ਸਿੰਪਲ ਪੜ੍ਹਨੇ ਨੇ, ਦਸ਼ਮ ਤੋਂ ਬਾਅਦ ਵਾਲੇ 58। ਇੰਗਲਿਸ਼ 'ਚ ਕੀ ਲਿਖਾਂਗੇ 64.58। ਠੀਕ ਹੈ, ਚਲੋ ਫਸਟ ਕਰਦੇ ਹਾਂ ਆਪਾਂ। ਹੁਣ ਦੇਖੋ ਇਹਨੂੰ ਕਿਵੇਂ ਪੜ੍ਹਾਂਗੇ ਬੇਟਾ ਜੀ ਆਪਾਂ 7। ਚਲੋ ਪਹਿਲਾਂ ਇੰਗਲਿਸ਼ ਲਿਖ ਦਿੰਦੀ ਹਾਂ। ਇਹ ਬਣ ਗਿਆ ਆਪਣੇ ਕੋਲ 7 ਪੁਆਇੰਟ। ਠੀਕ ਹੈ, ਕੀ ਲਿਖਾਂਗੇ ਆਪਾਂ 006 7.006। ਠੀਕ ਹੈ ਬੇਟਾ ਜੀ। ਹੁਣ ਇਹਨੂੰ ਪੰਜਾਬੀ 'ਚ ਕਿਵੇਂ ਲਿਖੋਗੇ ਤੁਸੀਂ
7.0 भी लिख सकते हो, 0 भी लिख सकते हो। ठीक है, 0 0 6। ठीक है, 7.006। अगे देखो बेटा जी, नैक्सट है अपने को, मैं पॉइंट इधर की अपने को 712। पहले ना इंग्लिश लिखते हैं। इंग्लिश की लिखोगे तुसी बेटा जी 7, देखो 1s 10s 100, मतलब 700, ये बन जाएगा अपने को 712 712.05। ठीक है, 0.05। ठीक है बेटा जी, इनू पंजाबी च लिखोगे 712, इनू पंजाबी च लिखांगे बेटा जी आप 712, 712.05। ठीक है, 0.5 भी लिख सकते हो, 0.5 भी लिख सकते हो, 0.5। ठीक है बेटा जी, नैक्सट देखो, नैक्सट है अपने कोल 25.37। ठीक है, पहला देखो बेटा जी तुसी इहनूं इंग्लिश च किवें लिखोगे। ठीक है, चलो पहले आपां इंग्लिश लिखते हैं। इंग्लिश की लिखोगे तुसी बेटा जी इहनूं 25.37। ठीक है, इन्हूं बेटा जी हुण तुसी पंजाबी च किवें लिखोगे 25.25, ठीक है, की लिखोगे 37, 25.37। ठीक है बेटा जी, इदां तुसी ये शीट नूं कंप्लीट कर लेना है। ठीक है, चलो आपां नैक्सट देखते हैं। नैक्सट शीट है अपने कोल डे 62 का छाया अंकित भाग नूं दर्शाउण वाली भिन्न लिखो। ठीक है, राइट द फ्रैक्शन रिप्रजेंटिंग द शेडड पोर्शन। देखो बेटा जी, आपां फ्रैक्शनस लिखनियां ने सारे शेडड पोर्शन दियां। फस्ट देखो बेटा जी, फस्ट देखो टोटल पार्ट्स किन्ने ने अपने को फस्ट फिगर दे 4 पार्ट्स। ठीक है, शेड किन्ने च कीता होया 1 पार्ट दे विच। बस ये ध्यान रखना जिहड़े पोर्शनस ने वो बराबर होने चाहिए ने। ठीक है, मतलब इक्वल साइज़ दे होने चाहिए ने। देखो 4 इक्वल साइज़ ने। जो टोटल पोर्शन है बेटा जी वो आपां नीचे लिखते हैं। ठीक है, शेड किन्ने च होया 1 दे विच, किन्नी फ्रैक्शन बन गई 1/4। ठीक है, नैक्सट देखो बेटा जी, टोटल किन्ने ने अपने कोल 8। ठीक है, टोटल किन्ने ने बेटा जी अपने कोल 8, नीचे लिखांगे। देखो शेड किन्ना च होया होया 5 दे विच, किन्नी फ्रैक्शन बन गई अपने कोल 5/8। ठीक है, हुण नैक्सट देखो बेटा जी, टोटल पोर्शन अपने कोल किन्ने ने 9, टोटल किन्ने ने 9, शेड किन्ने च होया होया 4 दे विच, किन्नी बन गई अपने कोल 4/9। ठीक है, उस तो बाद देखो बेटा जी फोर्थ क्वेश्चन, टोटल पोर्शन किन्ने ने अपने कोल 7। ठीक है, टोटल किन्ने बन गए अपने को 7, शेड किन्ने च कीता होया 4 दे विच, किन्नी फ्रैक्शन बन गई है 4/7। नैक्सट देखो बेटा जी, टोटल देखो किन्ने ने 16, टोटल किन्ने ने बेटा जी अपने को 16, शेड देखो किन्ने च होया होया 7 दे विच। ठीक है, तो किन्नी बन गई अपने को 7/16। ठीक है बेटा जी, चलो नैक्सट क्वेश्चन देखते हैं अपने को केड़ा आ। छाया अंकित भाग वाली भिन्न लिखो तो जांच करो कि तुल हैं ਜਾਂ नहीं। राइट द फ्रैक्शन फॉर शेडड पार्ट एंड चैक वैदर दीज फ्रैक्शनस आर इक्वलेंट और नॉट। बेटा जी पहले आप फ्रैक्शनस लिखने ने, फिर चैक करने ने इक्वलेंट है ने कि नहीं है। इक्वलेंट मैं थोड़ा बाद दसूँगी, पहले आप चलो फ्रैक्शन लिखते हैं इन्हों की। देखो जिवें फस्ट है, ठीक है, फस्ट सर्कल है, यदी देखो फ्रैक्शन किन्नी बन गई अपने कोल सर्कल दी
टोटल 2 ने, एक विच शेड होया होया, किन्ने फ्रैक्शन बन गए अपने को बेटा जी 1/2। ठीक है। नैक्सट टोटल किन्ने ने अपने कोल 4, शेड 2 होए हुए ने, किन्ने हो गए 2/4। नैक्सट देखो टोटल किन्ने ने 6, शेड च किन्ना होया 3 दे विच। ठीक है। नैक्सट देखो टोटल किन्ने ने बेटा जी अपने कोल 8, शेड किन्ने च होया होया 4। ठीक है। देखो बेटा जी ये इक्को सर्कल दे फ्रैक्शनस मतलब कि पार्ट होए हुए ने। ठीक है। इस करके की ने अपने कोल इक्वलेंट फ्रैक्शनस ने। तुसीं इहनूं सिंपल भाषा च ये भी कह सकते हो जिहदी लोएस्ट फॉर्म आ, ठीक है, वो एक बराबर आ जाए। लोएस्ट फॉर्म मतलब कि कटिंग करन तो बाद, जिवें 1/2 1/2 आ तो 1/2 हैगे ही आ, चलो 1/4 आ, जे आपां इहनूं कटिंग कर दईए तो भी कितना बन गया अपने कोल देखो 1/2। ठीक है। 3 1 जा 3, 3 2 जा 6, ये भी कितनी बन गई अपने कोल 1/2। 4 1 जा 4, 4 2 जा 8, ये भी कितनी बन गई अपने कोल 1/2। ठीक है। सारे सेम ने, ਤੁਸੀਂ वैसे फिगर तो भी ਤੁਹਾਨੂੰ क्लीयर हो जाऊगा। पूरे सर्कल का देखो हर एक फिगर दे विच हाफ हिस्सा ही शेड होया होया। ठीक है। देखो हाफ शेड ही शेड होया होया, इट मीनस ये की ने इक्वलेंट फ्रैक्शनस ने। ठीक है बेटा जी। इदां नैक्सट देखो, नैक्सट टोटल किन्ने ने 3, कितना बन गया अपने को शेड किन्ना च होया 2 दे विच 2/3। नैक्सट देखो बेटा जी ये टोटल किन्ने ने अपने को 6। ठीक है। टोटल किन्ने अपने को 6, शेड किन्ना च होया अपने को 4 दे विच 4/6। ये भी देखो बेटा जी टोटल किन्ने ने अपने को 9, शेड किन्ना च होया 6 दे विच। नैक्सट देखो बेटा जी टोटल किन्ने ने अपने को 15, शेड किन्ना च होया बेटा जी अपने को 10 दे विच। ठीक है। हुण देखो चलो बेटा जी ये लोएस्ट फॉर्म है कि नहीं है, आप कटिंग करके देख लें। वैसे फिगर तो भी क्लीयर आ, हर एक की देखो एक सीरीज़ बची हुई है। चलो आप कटिंग करके चैक करते हैं पहला। ये देखो 2 के टेबल से कट गया 2/3, ये भी 2 3 के टेबल से कट गया 3 2 जा 6, 3 3 जा 9। ये भी बेटा जी 5 के टेबल से कट गया 5 2 जा 10, 5 3 जा 15। देखो लोएस्ट फॉर्म सब दी की आ गई सेम आ गई। ਇਹਦਾ मतलब की है ये इक्वलेंट फ्रैक्शनस हैगे ने। यस फस्ट भी यस, सैकेंड भी यस। ठीक है। दोनों अपने को फ्रैक्शन बेटा जी इक्वलेंट हैगे ने, ये भी हैगे ने यस, सैकेंड भी हैगे ने यस। नैक्सट देखो चलो हुण आपां नैक्सट फिगर करते हैं। ये देखो बेटा जी टोटल किन्ने स्टार ने अपने को 12, शेड किन्ना च होया अपने को 4 दे विच 4/12। ठीक है जी। नैक्सट देखो टोटल किन्ने ने अपने को 6, शेड किन्ना च होया अपने को 2 दे विच। अगे देखो बेटा जी टोटल किन्ने ने अपने को 9, शेड किन्ना च होया 3 दे विच। ठीक है। नैक्सट देखो टोटल किन्ने ने 3, शेड किन्ना च होया बेटा जी अपने को 1 दे विच। चलो कटिंग कर दें, 4 टेबल से कट गए 4 1 जा 4, 4 3 जा 12, 2 1 जा 2, 2 3 जा 6, 3 1 जा 3, 3 3 जा 9। ठीक है। देखो सब दी लोएस्ट फॉर्म की बन गई अपने को 1/3। ठीक है। लोएस्ट फॉर्म की आ गई अपने को सेम आ गई। ਇਹਦਾ मतलब की है ये इक्वलेंट फ्रैक्शनस हैगे ने। ठीक है। ਇਹਦਾ आंसर भी होगी बेटा जी अपने को यस। ठीक है जी। नैक्सट देखो बेटा जी अगे अपने को आओ समान हर वालियां कुछ भिन्ना वेखीए, जिमें 3/8, 5/8, 1/8। देखो इन्हों बेटा जी जो हर ने डिनोमीनेटर्स ने निचले वो सेम ने, जो हंश न्यूमीनेटर्स ने वो अलग अलग ने। ठीक है। हुण कहंदा इन्हां नूं वाधे करन विच लिखो। देखो डायग्राम च भी शो किया होया टोटल 8 पोर्शनस ने, 3 शेड ने अपने को। ठीक है। टोटल किन्ने ने अपने को 8 पोर्शन 5 शेड किए हुए ने, टोटल 8 ने 1 शेड किया होया। उस अपन की कह रहा अरेंज दैम इन एसेंडिंग ऑर्डर, ਆਪਾਂ ने वाधे करन विच लाउणा। ठीक है। देखो बेटा जी डिनोमीनेटर सेम आ, जे डिनोमीनेटर सेम अपन सोचण की लोड़ ही नहीं। जी रकम उपर वड्डी है वड्डी होएगी, छोटी छोटी होएगी। ठीक है। हुण वाधे करा मतलब कि सब तो छोटी फिर उस तो वड्डी फिर उस तो वड्डी। पहला क्या हो बेटा जी अपने को 1/8। ठीक है। उस तो वड्डी क्या होगी बेटा जी अपने को 5/8, सॉरी 3/8 भी है अपने को। उस तो वड्डी क्या हो बेटा जी अपने को 5/8, 5/8 सब तो वड्डी है। ठीक है। उस वैसे फिगर तो भी क्लीयर आ, सेम पोर्शनस ने। ठीक है। जिहदे ज़्यादा शेड होए हुए ने वड्डी आ, जिहदे घट शेड होए हुए ने वो छोटी है। जिमें सब तो वध शेडिंग हुई हुई है बेटा जी
ਇਹ ਸਭ ਤੋਂ ਵੱਡੀ ਹੈ, ਉਸ ਤੋਂ ਘੱਟ ਸ਼ੇਡ ਕਿਹਦੇ ਵਿੱਚ ਨੇ, ਇਹਦੇ ਵਿੱਚ, ਸਭ ਤੋਂ ਘੱਟ ਕਿਹਦੇ ਵਿੱਚ ਨੇ, ਇਹਦੇ ਵਿੱਚ, ਯਾਨੀ 1/8 ਸਭ ਤੋਂ ਛੋਟੀ ਆ। ਠੀਕ ਹੈ ਜੀ, ਛੋਟੀ ਵੱਲ ਮੂੰਹ ਆਪਾਂ ਨੇ ਬੰਦ ਰੱਖਣਾ ਆ। ਨੈਕਸਟ ਦੇਖੋ ਬੇਟਾ ਜੀ, ਹੇਠਾਂ ਇਹ ਚਿੱਤਰਾਂ ਨੂੰ ਭਿੰਨ ਵਿੱਚ ਬਦਲ ਕੇ ਵਾਧੇ ਕ੍ਰਮ ਵਿੱਚ ਲਗਾਓ। ਕਨਵਰਟ ਦਾ ਫੋਲੋਇੰਗ ਫਿਗਰਸ ਇਨ ਫਰੈਕਸ਼ਨ ਐਂਡ ਅਰੇਂਜ ਇਨ ਐਸੈਂਡਿੰਗ ਆਰਡਰ। ਇਹ ਵੀ ਇੱਦਾਂ ਹੀ ਕਰਨਾ ਬੇਟਾ ਜੀ। ਦੇਖੋ ਆਪਾਂ ਕਰਦੇ ਹਾਂ, ਫਸਟ ਫਿਗਰ ਦੇ ਵਿੱਚ ਟੋਟਲ ਕਿੰਨੇ ਪੋਰਸ਼ਨਸ ਨੇ ਜੀ ਆਪਣੇ ਕੋਲ, ਕਾਊਂਟ ਕਰੋ 10। ਟੋਟਲ ਕਿੰਨੇ ਨੇ ਬੇਟਾ ਜੀ ਆਪਣੇ ਕੋਲ 10। ਸ਼ੇਡ ਕਿੰਨੇ 'ਚ ਹੋਏ ਹੋਇਆ ਦੇਖੋ 7 ਦੇ ਵਿੱਚ। ਠੀਕ ਹੈ, ਕਿੰਨੇ ਬਣ ਗਏ 7/10 ਫਰੈਕਸ਼ਨ ਬਣ ਗਈ। ਨੈਕਸਟ ਦੇਖੋ, ਨੈਕਸਟ ਕਿੰਨੇ ਟੋਟਲ ਕਿੰਨੇ ਨੇ ਬੇਟਾ ਜੀ ਆਪਣੇ ਕੋਲ 10 ਹੀ ਨੇ। ਠੀਕ ਹੈ, ਸ਼ੇਡ ਕਿੰਨਾ 'ਚ ਹੋਇਆ ਹੋਇਆ 4 ਦੇ ਵਿੱਚ, 4/10। ਨੈਕਸਟ ਦੇਖੋ ਟੋਟਲ ਕਿੰਨੇ ਨੇ ਆਪਣੇ ਕੋਲ 10, ਸ਼ੇਡ ਕਿੰਨੇ 'ਚ ਹੋਇਆ ਬੇਟਾ ਜੀ 5। ਇਹ ਫਰੈਕਸ਼ਨ ਕਿੰਨੀ ਬਣ ਗਈ 5/10। ਹੁਣ ਆਪਾਂ ਨੂੰ ਅਸੈਂਡਿੰਗ ਆਰਡਰ 'ਚ ਲਗਾਉਣਾ। ਠੀਕ ਹੈ, ਵਾਧੇ ਕ੍ਰਮ ਦੇ ਵਿੱਚ ਸਭ ਤੋਂ ਛੋਟੀ, ਸਭ ਤੋਂ ਘੱਟ ਸ਼ੇਡ ਹੋਏ ਹੋਏ ਨੇ ਕਿੰਨੇ ਆਪਣੇ ਕੋਲ 4/10। ਠੀਕ ਹੈ, ਇੱਧਰ ਮੂੰਹ ਆਪਾਂ ਬੰਦ ਰੱਖਾਂਗੇ। ਉਸ ਤੋਂ ਵੱਡੀ ਕਿਹੜੀ ਹੈ ਆਪਣੇ ਕੋਲ 5/10। ਠੀਕ ਹੈ, ਉਸ ਤੋਂ ਵੱਡੀ ਕਿਹੜੀ ਹੈ ਬੇਟਾ ਜੀ ਆਪਣੇ ਕੋਲ 7/10। ਸਭ ਤੋਂ ਵੱਡੀ ਕਿਹੜੀ ਆ ਗਈ ਆਪਣੇ ਕੋਲ 7/10। ਠੀਕ ਹੈ ਜੀ, ਨੈਕਸਟ ਦੇਖੋ ਬੇਟਾ ਜੀ, ਨੈਕਸਟ ਹੈ ਆਪਣੇ ਕੋਲ ਆਓ ਸਮਾਨ ਅੰਸ਼ ਵਾਲੀਆਂ ਕੁਝ ਭਿੰਨਾਂ ਵੇਖੀਏ, ਜਿਵੇਂ 1/4, 1/2, 1/8, 1/6। ਦੇਖੋ ਨਾ ਅੰਸ਼ ਸੇਮ ਆ, ਅੰਸ਼ ਸਭ ਦਾ ਬਰਾਬਰ ਹੈਗਾ ਕਿੰਨਾ ਆ 1। ਠੀਕ ਹੈ, ਨਿਊਮੀਨੇਟਰ, ਡਿਨੋਮੀਨੇਟਰ ਸਭ ਦਾ ਅਲੱਗ-ਅਲੱਗ ਆ। ਠੀਕ ਹੈ, ਦੇਖੋ ਜਿਵੇਂ 1 ਫਿਗਰ ਸ਼ੇਡ ਕੀਤਾ ਹੋਇਆ 1/4, ਅਗਲੀ 1/2 ਆ, ਫਿਰ 1/8 ਆ, ਫਿਰ 1/6 ਆ। ਉਹ ਕਹਿੰਦੇ ਇਹਨਾਂ ਨੂੰ ਵਾਧੇ ਕ੍ਰਮ ਵਿੱਚ ਲਗਾਓ। ਅਰੇਂਜ ਦੈਮ ਇਨ ਐਸੈਂਡਿੰਗ ਆਰਡਰਸ। ਦੇਖੋ ਬੇਟਾ ਜੀ, ਇਹ ਵੀ ਆਪਾਂ ਇੱਦਾਂ ਹੀ ਕਰਨੇ ਨੇ। ਹੁਣ ਦੇਖੋ ਇਸ ਕੁਐਸਚਨ ਨੂੰ ਧਿਆਨ ਨਾਲ ਕਰੋ ਬੇਟਾ ਜੀ। ਵੈਸੇ ਵੀ ਤੁਹਾਨੂੰ ਡਾਇਗਰਾਮ ਤੋਂ ਕੀ ਕਲੀਅਰ ਹੁੰਦਾ ਆ। ਠੀਕ ਹੈ, ਡਾਇਗਰਾਮ ਤੋਂ ਕੀ ਕਲੀਅਰ ਹੁੰਦਾ ਵੀ ਸਭ ਤੋਂ ਜਿਹੜੀ ਵੱਡੀ ਆ ਉਹ ਕਿਹੜੀ ਵੈਲਿਊ ਆ। ਚਲੋ ਤੁਹਾਨੂੰ ਪਹਿਲਾਂ ਇੱਕ ਜਨਰਲ ਦੀ ਗੱਲ ਦੱਸਦੀ ਹਾਂ ਬੇਟਾ ਜੀ, ਜਿਹਦਾ ਡਿਨੋਮੀਨੇਟਰ ਠੀਕ ਹੈ ਅਲੱਗ-ਅਲੱਗ ਹੋਣ, ਨਿਊਮੀਨੇਟਰ ਸੇਮ ਹੋਣ। ਤੁਸੀਂ ਦੇਖੋ ਹੁਣ ਇੱਕ ਦੇ ਆਪਣੇ ਕੋਲ ਕਿੰਨੇ ਹਿੱਸੇ ਹੋ ਗਏ, ਇਹ 4, ਇੱਕ ਦੇ 4 ਹਿੱਸੇ ਹੋ ਗਏ। ਇਹ 'ਚ ਇੱਕ ਦੇ ਕਿੰਨੇ ਹਿੱਸੇ ਹੋਏ ਨੇ 2। ਠੀਕ ਹੈ, ਹੁਣ ਮੰਨ ਲਓ ਇੱਕ ਆਪਣੇ ਕੋਲ ਰੋਟੀ ਆ। ਠੀਕ ਹੈ, ਆਪਾਂ ਨੇ ਇੱਕ ਬੱਚੇ ਨੂੰ ਉਹਦਾ ਅੱਧਾ ਹਿੱਸਾ ਦੇ ਤਾ। ਠੀਕ ਹੈ, ਉਹਨੂੰ ਅੱਧਾ ਹਿੱਸਾ ਮਿਲ ਗਿਆ। ਜਿਹੜਾ ਅਗਲਾ ਬੱਚਾ ਹੈ, ਚਲੋ ਆਪਾਂ ਇੱਕ ਹੋਰ ਰੋਟੀ ਹੈ ਆਪਣੇ ਕੋਲ, ਉਹਦੇ ਆਪਾਂ 4 ਹਿੱਸੇ ਕਰ ਲਏ। ਠੀਕ ਹੈ, ਉਹਨੂੰ ਆਪਾਂ ਨੇ ਉਹਦਾ 1/4 ਹਿੱਸਾ ਦੇ ਤਾ। ਤੁਸੀਂ ਦੇਖੋ ਪਹਿਲੇ ਬੱਚੇ ਨੂੰ ਵੱਧ ਰੋਟੀ ਮਿਲੀ, ਇੱਕ ਦੂਜੇ ਬੱਚੇ ਨੂੰ ਵੱਧ ਰੋਟੀ ਮਿਲੀ। ਪਹਿਲੇ ਬੱਚੇ ਨੂੰ ਵੱਧ ਰੋਟੀ ਮਿਲੀ ਕਿਉਂਕਿ ਉਹਨੇ ਪੂਰੀ ਰੋਟੀ ਦਾ ਅੱਧਾ ਹਿੱਸਾ ਮਿਲ ਗਿਆ। ਠੀਕ ਹੈ, ਉਹ ਵੱਡਾ ਹੋ ਗਿਆ। ਦੂਜੇ ਬੱਚੇ ਨੂੰ ਪੂਰੀ ਰੋਟੀ ਦਾ 1/4 ਹਿੱਸਾ ਮਿਲਿਆ। ਠੀਕ ਹੈ, ਉਹ ਛੋਟਾ ਹੋ ਗਿਆ, ਉਹਨੂੰ ਥੋੜ੍ਹਾ ਪੋਰਸ਼ਨ ਮਿਲਿਆ। ਇਹਦਾ ਮਤਲਬ ਬੇਟਾ ਜੀ ਤੁਹਾਨੂੰ ਇੱਥੋਂ ਕੀ ਕਲੀਅਰ ਹੋ ਰਿਹਾ, ਜਦੋਂ ਉੱਪਰ ਨਿਊਮੀਨੇਟਰ ਸੇਮ ਹੋਵੇ, ਠੀਕ ਹੈ, ਡਿਨੋਮੀਨੇਟਰ ਅਲੱਗ-ਅਲੱਗ ਹੋਣ, ਜਿੰਨਾ ਡਿਨੋਮੀਨੇਟਰ ਜ਼ਿਆਦਾ ਹੋਏਗਾ, ਠੀਕ ਹੈ, ਓਨੀ ਉਹ ਜਿਹੜੀ ਅਮਾਊਂਟ ਆ ਉਹ ਛੋਟੀ ਹੋ ਜਾਏਗੀ। ਤਾਂ ਹੀ 1/4 ਕੀ ਆ, ਛੋਟਾ ਹਿੱਸਾ ਆ। ਜਿਹੜਾ 1/2 ਆ ਉਹ ਕੀ ਆ, ਵੱਡਾ ਹਿੱਸਾ ਆ। ਜਿਵੇਂ ਰੋਟੀ ਹਾਫ ਆ। ਠੀਕ ਹੈ, ਮਤਲਬ 1/2 ਗ੍ਰੇਟਰ ਆ ਕਿਹਦੇ ਨਾਲੋਂ 1/4 ਨਾਲੋਂ। ਠੀਕ ਹੈ, ਹੁਣ ਤੁਹਾਨੂੰ ਇਸ ਐਗਜ਼ਾਮਪਲ ਤੋਂ ਕਲੀਅਰ ਹੋ ਗਿਆ ਹੋਣਾ। ਇਹ 'ਚ ਦੇਖੋ ਬੇਟਾ ਜੀ ਆਪਣੇ ਵਾਧੇ ਕ੍ਰਮ 'ਚ ਲਿਖਣਾ ਆ। ਠੀਕ ਹੈ, ਸਭ ਤੋਂ ਛੋਟੀ ਕਿਹੜੀ ਹੋਊਗੀ, ਜਿਹਦੇ ਜ਼ਿਆਦਾ ਹਿੱਸੇ ਹੋਗੇ। ਠੀਕ ਹੈ, ਕਿਹਦੇ ਜ਼ਿਆਦਾ ਹਿੱਸੇ ਹੋਏ ਨੇ 1/8, 1 ਦੇ 8 ਹਿੱਸੇ, 1/8 ਕੀ ਹੈ ਸਭ ਤੋਂ ਛੋਟਾ। ਜਿਵੇਂ ਤੁਹਾਨੂੰ ਡਾਇਗਰਾਮ ਤੋਂ ਵੀ ਕਲੀਅਰ ਹੋ ਜਾਊਗਾ, ਜਿਵੇਂ 1/8 ਵਾਲਾ ਪੋਰਸ਼ਨ ਆ, ਦੇਖੋ ਬੇਟਾ ਜੀ ਇਹ ਸਭ ਤੋਂ ਘੱਟ ਸ਼ੇਡ ਆ। ਕਿੰਨਾ ਹੋ ਗਿਆ ਆਪਣੇ ਕੋਲ ਇੱਥੇ 1/8 ਕੀ ਹੈ ਬੇਟਾ ਜੀ ਸਭ ਤੋਂ ਛੋਟਾ। ਠੀਕ ਹੈ, ਉਸ ਤੋਂ ਵੱਡਾ, ਉਸ ਤੋਂ ਥੋੜ੍ਹੇ ਜਿਹੇ ਵੱਧ ਘੱਟ ਹਿੱਸੇ ਕਿਹਦੇ ਹੋਏ ਨੇ 6, 1/6। ਠੀਕ ਹੈ ਜੀ, ਇਹ ਹਿੱਸਾ ਥੋੜ੍ਹਾ ਵੱਡਾ ਹੋ ਗਿਆ। ਉਸ ਤੋਂ ਬਾਅਦ ਕਿਹੜਾ ਵੱਡਾ ਹੋਊਗਾ 1/4। ਠੀਕ ਹੈ, ਸਭ ਤੋਂ ਵੱਡਾ ਕੀ ਹੋ ਗਿਆ ਬੇਟਾ ਜੀ ਆਪਣੇ ਕੋਲ 1/2। ਠੀਕ ਹੈ ਜੀ, ਇਹ ਕੀ ਹੈ ਸਭ ਤੋਂ ਵੱਡਾ। ਇਸ ਕਰਕੇ ਇਹ ਗੱਲ ਧਿਆਨ 'ਚ ਰੱਖਣੀ ਬੇਟਾ ਜੀ, ਜਦੋਂ ਨਿਊਮੀਨੇਟਰ ਅੰਸ਼ ਸੇਮ ਹੋਵੇ, ਠੀਕ ਹੈ, ਅਤੇ ਡਿਨੋਮੀਨੇਟਰ ਜਿਹਦਾ ਜਿੰਨਾ ਜ਼ਿਆਦਾ ਹੋਊਗਾ ਉਹ ਵੈਲਿਊ ਓਨੀ ਹੀ ਛੋਟੀ ਹੋ ਜਾਏਗੀ। ਠੀਕ ਹੈ ਜੀ, ਉਹ ਕਿੰਨਾ ਹੁੰਦਾ ਉਹ ਰਕਮ, ਓਨੀ ਹੀ ਛੋਟੀ, ਉਹ ਕਦੇ ਹਿੱਸੇ ਵੱਧ ਗਏ। ਠੀਕ ਹੈ, ਹੁਣ ਦੇਖੋ ਬੇਟਾ ਜੀ ਨੈਕਸਟ, ਇਹਨਾਂ ਨੂੰ ਭਿੰਨਾਂ ਵਿੱਚ ਬਦਲ ਕੇ ਘਟਦੇ ਕ੍ਰਮ ਵਿੱਚ ਲਿਖਣਾ। ਠੀਕ ਹੈ, ਹੁਣ ਆਪਾਂ ਬੇਟਾ ਜੀ ਇਹਨਾਂ ਨੂੰ ਡਿਸੈਂਡਿੰਗ ਆਰਡਰ 'ਚ ਲਿਖਣਾ। ਡਿਸੈਂਡਿੰਗ ਆਰਡਰ ਦੇਖੋ ਬੇਟਾ ਜੀ, ਹੁਣ ਦੇਖੋ ਫਸਟ ਆ ਸਰਕਲ, ਕਿੰਨਾ ਬਣ ਗਿਆ ਹੈ, ਇਹ ਕਿੰਨੀ ਫਰੈਕਸ਼ਨਸ ਬਣ ਗਈ, ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਣਾ। 1 ਸ਼ੇਡ ਆ, ਟੋਟਲ ਕਿੰਨੇ ਨੇ 2, 1/2। ਨੈਕਸਟ ਦੇਖੋ ਟੋਟਲ ਕਿੰਨੇ ਪੋਰਸ਼ਨ ਨੇ ਆਪਣੇ ਕੋਲ 8,
किन्नी बन गई 1/8। नैक्सट देखो बेटा जी टोटल किन्ने हिस्से ने अपने कोल 12। काउंट करो बेटा जी टोटल किन्ने ने अपने कोल ये 12। ठीक है 1/12 एक अपने कोल शेड। नैक्सट देखो किन्ना बन गया अपने कोल 1/4। ठीक है नैक्सट किन्ना बन गया देखो बेटा जी अब किन्ने पोर्शन है 6 1/6। हुण इह च भी देखो बेटा जी न्यूमीनेटर सेम आ ठीक है डिनोमीनेटर अलग अलग आ हर अलग अलग आ। हुण डिसैंडिंग ऑर्डर च लिखना घटदे क्रम विच सब तो वड्डी किहड़ी होऊगी जिहदे हिस्से घट होए होणगे। शेडेड पोर्शन च देख लो ये सब तो वध शेड होया होया जांदी 1/2 सब तो की आ बिगर ग्रेटर। उस तो स्माल किहड़ी होएगी बेटा जी 1/4। ठीक है देखो फिगर तो भी क्लीयर आ। उस तो स्माल किहड़ी होएगी अपने कोल 1/6। शेडेड पोर्शन तो भी क्लीयर हो रहा बेटा जी। उस तो घट के शेड किहड़ा है 1/8 ते सब तो छोटी किहड़ी है बेटा जी अपने कोल 1/12। ठीक है 1/12 की अपने को सब तो छोटी। ठीक है बेटा जी जेकर वीडियो अच्छी लगी लाइक शेयर सब्सक्राइब जरूर कर दे बेटा जी। थैंक्स फॉर वाचिंग दिस वीडियो।